स्टूडेंट्स ऑफ +1 क्लास ਅੱਜ ਆਪਾਂ ਤੁਹਾਨੂੰ ਬੇਟਾ ਇੱਕ ਬੜਾ ਸਿੰਪਲ ਜਿਹਾ ਬੇਸਿਕ ਫੋਰਸਿਸ ਤੇ ਟੌਪਿਕ ਕਰਾਣਾ ਹੈ। what are the basic forces? बेसिक फोर्सिस ਦੇ ਪਹਿਲਾਂ ਤੁਹਾਨੂੰ ਨਾਮ ਦੱਸ ਦਿਆਂ ਬੇਟੇ। ਗ੍ਰੈਵਿਟੇਸ਼ਨਲ ਫੋਰਸ ਹੁੰਦੀ ਹੈ, ਇਲੈਕਟ੍ਰੋਮੈਗਨੈਟਿਕ ਫੋਰਸ ਹੁੰਦੀ ਹੈ, ਨਿਊਕਲੀਅਰ ਫੋਰਸ ਹੁੰਦੀ ਹੈ ਐਂਡ ਵੀਕ ਨਿਊਕਲੀਅਰ ਫੋਰਸ ਹੁੰਦੀ ਹੈ। ਫੋਰਸ ਦਾ ਜਦੋਂ ਵੀ ਆਪਾਂ ਸਾਇੰਟੀਫਿਕ ਕਨਸੈਪਟ ਪੜ੍ਹਨਾ ਹੈ ਤਾਂ ਫਿਜ਼ਿਕਸ ਦੇ ਵਿੱਚ ਆਪਾਂ ਨੂੰ ਇਹਦੀ ਕਲੈਰਿਟੀ ਸਭ ਤੋਂ ਵੱਧ ਹੁੰਦੀ ਹੈ। ਫੋਰਸ ਵੈਸੇ ਡੇਲੀ ਲਾਈਫ 'ਚ ਤੁਸੀਂ ਦੇਖਦੇ ਹੋ, ਜਿਵੇਂ ਮੈਂ ਸਵੀਮਿੰਗ ਕਰਦੇ ਹੋ, ਸਵੀਮਿੰਗ ਟਾਈਮ ਤੁਹਾਨੂੰ ਵਾਟਰ ਦਾ ਜਿਹੜਾ ਹੈਗਾ ਫੋਰਸ ਫੀਲ ਹੁੰਦੀ ਹੈ, ਜਾਂ ਐਟਮੋਸਫੀਅਰਿਕ ਏਅਰ ਦੀ ਫੋਰਸ ਫੀਲ ਹੁੰਦੀ ਹੈ ਬੇਟਾ ਤੁਹਾਨੂੰ। ਇਸ ਤਰ੍ਹਾਂ ਤੁਸੀਂ ਫੋਰਸ ਦੀਆਂ ਕਿੰਨੀਆਂ ਐਗਜ਼ਾਮਪਲਸ ਦੇ ਸਕਦੇ ਹੋ। ਠੀਕ ਹੈ, ਆਪਾਂ ਅਲੱਗ-ਅਲੱਗ ਫੋਰਸਿਸ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਹੈ ਗ੍ਰੈਵਿਟੇਸ਼ਨਲ ਫੋਰਸ। ਗ੍ਰੈਵਿਟੇਸ਼ਨਲ ਫੋਰਸ ਬੇਟਾ ਤੁਹਾਨੂੰ ਪਤਾ ਹੈ ਆਪਣੇ ਆਲੇ ਦੁਆਲੇ ਜਿੰਨੀ ਵੀ ਚੀਜ਼ਾਂ ਹੈ ਉਹ ਮੈਟਰ ਹੈ ਇੱਕ ਕਿਸਮ ਦਾ। ਠੀਕ ਹੈ, ਮਾਸਿਸ ਦੀ ਬਣੀਆਂ ਹੋਈਆਂ ਨੇ। ਠੀਕ ਹੈ, ਇਹਨਾਂ ਵਿੱਚ ਮੈਟਰ ਦੇ ਵਿੱਚ ਜਾਂ ਮਾਸ ਦੇ ਵਿੱਚ ਆਪਸ 'ਚ ਇੰਟਰੈਕਸ਼ਨ ਹੈ। ਠੀਕ ਹੈ, ਅਟਰੈਕਟ ਕਰ ਰਹੇ ਆ, ਕੋਈ ਵੀ ਇੱਕ ਮਾਸ ਦੂਸਰੇ ਮਾਸ ਨੂੰ ਅਟਰੈਕਟ ਕਰ ਰਹੇ ਆ। ਠੀਕ ਹੈ, ਇਹ ਗ੍ਰੈਵਿਟੇਸ਼ਨਲ ਫੋਰਸ ਨੂੰ ਆਪਾਂ ਯੂਨੀਵਰਸਲ ਫੋਰਸ ਵੀ ਕਹਿ ਦਿੰਦੇ ਆ। ਐਂਡ ਇਹ ਲੌਂਗ ਡਿਸਟੈਂਸ ਫੋਰਸ ਹੈ, ਮਤਲਬ ਲੌਂਗ ਡਿਸਟੈਂਸ ਫੋਰਸ ਤੇ ਵੀ ਇਹ ਫੋਰਸ ਜਿਹੜੀ ਹੈਗੀ ਹੈ ਐਕਟ ਕਰਦੀ ਹੈ। ਐਂਡ ਜਿਹੜੀ ਲੌਂਗ ਡਿਸਟੈਂਸ ਦੇ ਵਿੱਚ ਨੈਚੁਰਲੀ ਤੁਸੀਂ ਸਪੋਜ਼ ਕਰ ਸਕਦੇ ਹੋ ਕਿ ਵਿਚਕਾਰ ਕੋਈ ਮੀਡੀਅਮ ਵੀ ਆਏਗਾ, ਹਨਾ, ਪਰ ਇਹ ਮੀਡੀਅਮ ਕਰਕੇ ਤੇ ਕੋਈ ਇਫੈਕਟ ਨਹੀਂ ਹੁੰਦਾ ਹੈਗਾ। ਦੋ ਆਬਜੈਕਟਸ ਹੈ, ਜਿਵੇਂ ਅਰਥ ਦੇ ਆਪਾਂ ਕਹਿ ਸਕਦੇ ਹਾਂ ਅਰਥ ਇੱਕ ਹਿਊਜ ਮਾਸ ਹੈ। ਅਰਥ ਦੀ ਗ੍ਰੈਵਿਟੇਸ਼ਨਲ ਫੋਰਸ ਸਭ ਤੋਂ ਜ਼ਿਆਦਾ ਹੁੰਦੀ ਹੈ, ਪਰ ਅਰਥ ਆਪਣੇ ਵੱਲ ਕਿਸੇ ਵੀ ਚੀਜ਼ ਨੂੰ ਅਟਰੈਕਟ ਕਰ ਸਕਦੀ ਹੈ ਇਨ ਸਪਾਈਟ ਆਫ ਦਾ ਫੈਕਟ ਕਿ ਇਹਨਾਂ ਦੀ ਇਨ ਬਿਟਵੀਨ ਕੋਈ ਵੀ ਆਬਜੈਕਟ ਹੋਰ ਆ ਰਿਹਾ, ਤਾਂ ਵੀ ਜਿਹੜੀ ਹੈਗੀ ਅਰਥ ਦੀ ਗ੍ਰੈਵਿਟੇਸ਼ਨਲ ਫੋਰਸ ਤੇ ਕੋਈ ਇਫੈਕਟ ਨਹੀਂ ਪੈਂਦਾ ਹੈਗਾ। ਗ੍ਰੈਵਿਟੇਸ਼ਨਲ ਫੋਰਸ ਬੇਟਾ ਜਿਹੜੀ ਹੁੰਦੀ ਹੈ ਡਿਪੈਂਡ ਕਰਦੀ ਹੈ ਮਾਸ ਤੇ। ਜਿੰਨਾ ਜ਼ਿਆਦਾ ਮਾਸ ਹੋਏਗਾ ਬੋਡੀਜ਼ ਦਾ ਉਨੀ ਜ਼ਿਆਦਾ ਉਹਨਾਂ ਵਿੱਚ ਅਟਰੈਕਸ਼ਨ ਹੋਏਗੀ। ਐਂਡ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ ਇਹ ਡਿਸਟੈਂਸ ਤੇ। ਇਟ ਓਬੇਜ਼ ਇਨਵਰਸ ਸਕੇਅਰ ਲਾ, ਜਿਵੇਂ ਜਿਵੇਂ ਡਿਸਟੈਂਸ ਵਧੀ ਜਾਏਗੀ ਉਸ ਤਰ੍ਹਾਂ ਇਹ ਗ੍ਰੈਵਿਟੇਸ਼ਨਲ ਫੋਰਸ ਘਟੀ ਜਾਏਗੀ। ਇਹੀ ਗ੍ਰੈਵਿਟੇਸ਼ਨਲ ਫੋਰਸ ਕਰਕੇ ਜਿਹੜਾ ਹੈਗਾ ਆਪਾਂ ਸਾਰੇ ਕਿੰਨੇ ਕੁਝ ਡਿਸਕਸ ਕਰ ਸਕਦੇ ਆ। ਮੋਸ਼ਨ ਆਫ ਦਾ ਮੂਨ ਹੈ ਅਰਾਊਂਡ ਅਰਥ। ਠੀਕ ਹੈ, ਮੈਨ ਮੇਡ ਸੈਟੇਲਾਈਟਸ ਹੈਗੇ ਆ, ਉਹਨਾਂ ਦਾ ਜਿਹੜਾ ਮੋਸ਼ਨ ਹੈਗਾ ਉਹ ਵੀ ਗ੍ਰੈਵਿਟੇਸ਼ਨ ਕਰਕੇ ਆਪਾਂ ਪੂਰਾ ਡਿਟੇਲ 'ਚ ਇਹਦੇ ਥਿਊਰੀਜ਼ ਬਣੀਆਂ ਨੇ, ਰਿਸਰਚਿਸ ਹੋਈਆਂ ਨੇ। ਐਂਡ ਫਾਰਮੇਸ਼ਨ ਆਫ ਐਂਡ ਐਵੋਲਿਊਸ਼ਨ ਆਫ ਸਟਾਰਸ, ਦਿਸ ਇਜ਼ ਆਲਸੋ ਡਿਊ ਟੂ ਦਿਸ ਫੋਰਸ। ਐਂਡ ਇਹ ਇਸਦੇ ਕੁਝ ਪ੍ਰੋਪਰਟੀਜ਼ ਹੈਗੀਆਂ, ਇਹ ਹਮੇਸ਼ਾ ਅਟਰੈਕਟਿਵ ਹੁੰਦੀ ਹੈ। ਠੀਕ ਹੈ, ਇਹ ਕਦੇ ਵੀ ਰਿਪਲਸ਼ਨ ਨਹੀਂ ਕਰਦੀ, ਮਤਲਬ ਪਰੇ ਨਹੀਂ ਧੱਕਦੀ ਹੈਗੀ, ਇਹ ਇੱਕ ਦੂਜੇ ਨੂੰ ਖਿੱਚਦੀ ਹੀ ਹੈ ਫੋਰਸ। ਐਂਡ ਇਟ ਇਜ਼ ਵੀਕੈਸਟ ਫੋਰਸ ਇਨ ਨੇਚਰ, ਮਤਲਬ ਆਪਾਂ ਜੇ ਦੋ ਆਪਣੇ ਜਿਹੜੇ ਅਰਥ ਤੋਂ ਇਲਾਵਾ, ਅਰਥ ਦਾ ਹੁਣ ਹਿਊਜ ਮਾਸ ਹੋ ਗਿਆ ਨਾ, ਬਹੁਤ ਵੱਡਾ ਇੱਕ ਮਾਸ ਹੈਗਾ। ਠੀਕ ਹੈ, ਉਹਦੀ ਤਾਂ ਗ੍ਰੈਵਿਟੇਸ਼ਨਲ ਫੋਰਸ ਆਪਾਂ ਐਕਸਪੀਰੀਅੰਸ ਕਰਦੇ ਹੀ ਹਾਂ, ਬਟ ਸਿੰਪਲੀ ਜੇ ਦੋ ਆਬਜੈਕਟ ਤੁਹਾਡੇ ਸਾਹਮਣੇ ਪਏ ਆ ਕੁਛ, ਹਨਾ, ਠੀਕ ਹੈ, ਤੇ ਤੁਸੀਂ ਉਸ 'ਚ ਦੇਖ ਨਹੀਂ ਸਕਦੇ ਹੈਗੇ ਕਿ ਉਹ ਅਟਰੈਕਟ ਕਰ ਰਹੇ ਆ ਆਪਸ 'ਚ ਇੱਕ ਦੂਜੇ ਨੂੰ, ਬਟ ਐਕਚੁਅਲੀ ਉਹ ਅਟਰੈਕਟ ਕਰ ਰਹੇ ਹੁੰਦੇ ਆ ਕਿਉਂਕਿ ਇਹ ਬਹੁਤ ਵੀਕੈਸਟ ਫੋਰਸ ਹੈ। ਠੀਕ ਹੈ, ਲੌਂਗ ਰੇਂਜ ਫੋਰਸ ਹੈ, ਮਤਲਬ ਇੱਕ ਆਬਜੈਕਟ ਬਹੁਤ ਦੂਰ ਪਿਆ ਦੂਸਰੇ ਆਬਜੈਕਟ ਤੋਂ ਤਾਂ ਵੀ ਉਹ ਤੇ ਗ੍ਰੈਵਿਟੇਸ਼ਨਲ ਫੋਰਸ ਲੱਗ ਰਹੀ ਹੈ, ਉਹ ਅਲੱਗ ਗੱਲ ਹੈ ਕਿ ਆਪਾਂ ਐਕਸਪੀਰੀਅੰਸ ਨਹੀਂ ਕਰ ਸਕਦੇ ਹੈਗੇ। ਸੈਂਟਰਲ ਫੋਰਸ ਹੈ ਬੇਟਾ ਇਹ। ਸੈਂਟਰਲ ਫੋਰਸ ਮੀਨਸ ਦੋ ਬਾਡੀਜ਼ ਦਾ ਜਿਹੜਾ ਬਿਲਕੁਲ ਸੈਂਟਰ ਪੁਆਇੰਟ ਹੁੰਦਾ ਉੱਥੇ ਇਹ ਫੋਰਸ ਐਕਟ ਕਰਦੀ ਹੈ। ਐਂਡ ਇਹ ਕੰਜ਼ਰਵੇਟਿਵ ਫੋਰਸ ਹੈ। ਲਾਸਟ ਪੁਆਇੰਟ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ, ਇਹ ਇਨਵਰਸ ਸਕੇਅਰ ਲਾ, ਮਤਲਬ ਦੋਨਾਂ ਦੇ ਵਿਚਕਾਰ ਡਿਸਟੈਂਸ ਦੇ ਸਕੇਅਰ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ। ਨੈਕਸਟ ਹੈਗੀ ਹੈ ਬੇਟਾ ਇਲੈਕਟ੍ਰੋਮੈਗਨੈਟਿਕ ਫੋਰਸ। ਤੁਹਾਨੂੰ ਪਤਾ ਹੈ ਆਪਣੇ ਆਲੇ ਦੁਆਲੇ ਜਿੰਨੇ ਵੀ ਮਟੀਰੀਅਲਸ ਹੈ ਉਹ ਐਟਮਸ ਦੇ ਬਣੇ ਹੋਏ ਆ। ਠੀਕ ਹੈ, ਐਟਮਸ ਵਿੱਚ ਤਿੰਨ ਪਾਰਟੀਕਲਸ ਹੁੰਦੇ ਆ, ਇਲੈਕਟ੍ਰੋਨ, ਪ੍ਰੋਟੋਨ ਐਂਡ ਨਿਊਟਰੋਨ। ਠੀਕ ਹੈ, ਫੰਡਾਮੈਂਟਲ ਪਾਰਟੀਕਲਸ ਹੈ ਐਟਮ ਦੇ। ਇਲੈਕਟ੍ਰੋਨ ਤੇ ਪ੍ਰੋਟੋਨ ਦੇ ਵਿੱਚ ਚਾਰਜ ਹੁੰਦਾ ਹੈ ਤੁਹਾਨੂੰ ਪਤਾ ਹੈ, ਪਰ ਨਿਊਟਰਨ ਦੇ ਉੱਤੇ ਕੋਈ ਵੀ ਚਾਰਜ ਨਹੀਂ ਹੁੰਦਾ ਹੈਗਾ। ਠੀਕ ਹੈ, ਚਾਰਜ ਜਿਹੜਾ ਹੁੰਦਾ ਪ੍ਰੋਟੋਨ ਤੇ, ਅੱਛਾ ਇਲੈਕਟ੍ਰੋਨ ਹੈ, ਇੱਕ ਇਲੈਕਟ੍ਰੀਕਲ ਪ੍ਰੋਪਰਟੀ ਹੈ।
ठीक है। ਇਸੇ ਕਰਕੇ ਹੀ ਜਿਹੜਾ ਹੈਗਾ ਚਾਰਜ ਕਰਕੇ ਹੀ ਇਲੈਕਟ੍ਰੀਕਲ ਪ੍ਰੋਪਰਟੀ ਕ੍ਰੀਏਟ ਹੋਈ ਹੈ, ਬਟ ਨਿਊਟਰੋਨ ਜਿਹੜੇ ਹੈਗੇ ਇਲੈਕਟ੍ਰੀਕਲੀ ਨਿਊਟਰਲ ਹੈ ਇਹ। ਐਂਡ ਇਹਦੇ ਵਿੱਚ ਤੁਸੀਂ ਇਹ ਵੀ ਪਤਾ ਹੋਣਾ ਚਾਹੀਦਾ ਜਿਹੜੇ ਸਿਮਿਲਰ ਚਾਰजेस ਹੁੰਦੇ ਆ ਉਹ ਆਪਸ 'ਚ ਅਟਰੈਕਟ ਕਰਦੇ ਆ, ਠੀਕ ਹੈ। ਐਂਡ ਜਿਹੜੇ ਸਿਮਿਲਰ ਚਾਰजेस ਨਹੀਂ ਹੁੰਦੇ, ਓਪੋਜ਼ਿਟ ਚਾਰਜ ਹੁੰਦੇ ਆ, ਉਹ ਆਪਸ 'ਚ ਰਿਪਲਸ ਕਰਦੇ ਆ, ਰਿਪਲਸ਼ਨ ਹੁੰਦੀ ਆ ਉਹਨਾਂ ਵਿੱਚ, ਠੀਕ ਹੈ। ਐਂਡ ਇਹਨਾਂ ਦਾ ਮੈਗਨੀਚਿਊਡ, ਇਲੈਕਟ੍ਰਿਕ ਫੋਰਸ ਦਾ ਮੈਗਨੀਚਿਊਡ ਕਿਤੇ ਡਿਪੈਂਡ ਕਰਦਾ ਹੈ, ਪ੍ਰੋਡਕਟ ਆਫ ਟੂ ਚਾਰजेस ਤੇ। ਐਂਡ ਅਗੇਨ ਇਹ ਇਨਵਰਸ ਸਕੇਅਰ ਲਾ ਹੁੰਦਾ ਹੈ, ਮੀਨਸ ਜਿਵੇਂ ਜਿਵੇਂ ਦੋ ਚਾਰजेस ਦੇ ਵਿੱਚ ਡਿਸਟੈਂਸ ਵਧੀ ਜਾਏਗੀ ਇਹਨਾਂ ਵਿੱਚ ਇਲੈਕਟ੍ਰੋਮੈਗਨੈਟਿਕ ਫੋਰਸ ਘੱਟ ਹੁੰਦੀ ਜਾਏਗੀ। ਇਹ ਇਲੈਕਟ੍ਰੀਕਲ ਜਿਹੜੀ ਇਲੈਕਟ੍ਰੋਮੈਗਨੈਟਿਕ ਫੋਰਸ ਹੈ ਗ੍ਰੈਵੀਟੇਸ਼ਨਲ ਫੋਰਸ ਤੋਂ ਕਿਤੇ ਜ਼ਿਆਦਾ ਸਟਰੋਂਗਰ ਹੈ, ਠੀਕ ਹੈ। 10⁻36 ਟਾਈਮਸ ਆਫ ਇਹ ਗ੍ਰੈਵੀਟੇਸ਼ਨਲ ਫੋਰਸ ਤੋਂ ਜ਼ਿਆਦਾ ਸਟਰੋਂਗ ਹੈ। ਸ਼ਾਰਟ ਰੇਂਜ ਫੋਰਸ ਹੈ ਇਹ। ਸ਼ਾਰਟ ਰੇਂਜ ਮੀਨ ਇਹ ਜਿਹੜੀ ਹੈਗੀ ਹੈ ਦੋ ਨੇੜੇ ਆਬਜੈਕਟ ਪਏ ਆ ਉਹਨਾਂ ਤੇ ਹੀ ਐਕਟ ਕਰੇਗੀ। ਸੈਂਟਰਲ ਫੋਰਸ ਹੈ, ਮੀਨਸ ਦੋ ਚਾਰਜਾਂ ਦੇ ਸੈਂਟਰ ਤੇ ਐਕਟ ਕਰਦੀ ਹੈ ਇਹ। ਅਗੇਨ ਇਹ ਕੰਜ਼ਰਵੇਟਿਵ ਫੋਰਸ ਹੈ ਐਂਡ ਇਹ ਇਨਵਰਸ ਸਕੇਅਰ ਲਾ ਓਬੇ ਕਰਦੀ ਹੈ। ਐਂਡ ਜਿਹੜੀ ਫ੍ਰਿਕਸ਼ਨਲ ਫੋਰਸ ਹੁੰਦੀ ਹੈ, ਫ੍ਰਿਕਸ਼ਨ ਮਤਲਬ ਰਗੜ ਕਰਕੇ ਜਿਹੜੀ ਫੋਰਸ ਲੱਗਦੀ ਹੈ, ਉਹ ਵੀ ਇੱਕ ਇਸੇ ਕਿਸਮ ਦੀ ਇਲੈਕਟ੍ਰੋਮੈਗਨੈਟਿਕ ਟਾਈਪ ਦੀ ਹੀ ਫੋਰਸ ਹੈ, ਕਿਉਂਕਿ ਦੋ ਜਿਹੜੇ ਆਬਜੈਕਟਸ ਹੈ ਉਹਨਾਂ ਦਾ ਐਟੋਮਿਕ ਲੈਵਲ ਜਿਹੜਾ ਹੈਗਾ ਆਪਸ 'ਚ ਮਤਲਬ ਟਰਫ ਬਣ ਜਾਂਦੇ ਹੁੰਦੇ ਆ, ਉਹ ਟਰਫ ਜਿਹੜੇ ਹੈਗਾ ਰਿਪਲਸ਼ਨ ਕਰਦੇ ਆ। ਨੈਕਸਟ ਆਪਣੀ ਬੇਟੇ ਹੈ ਨਿਊਕਲੀਅਰ ਫੋਰਸ। ਨਿਊਕਲੀਅਰ ਫੋਰਸ ਇੱਕ ਸਟਰੋਂਗ ਹੁੰਦੀ ਹੈ। ਆਪਣੇ ਮਾਈਂਡ ਦੇ ਵਿੱਚ ਇੱਕ ਐਟਮ ਦਾ ਰਫ ਜਿਹਾ ਮਾਡਲ ਲੈ ਕੇ ਆਓ। ਐਟਮ ਦੇ ਵਿੱਚ ਇੱਕ ਨਿਊਕਲੀਅਸ ਹੁੰਦਾ ਹੈ, ਛੋਟੀ ਜਿਹੀ ਟਾਈਨੀ ਵੋਲਿਊਮ ਹੁੰਦੀ ਹੈ, ਉਹਦੇ ਵਿੱਚ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਐਂਡ ਨਿਊਟਰੋਨਸ ਹੁੰਦੇ ਨੇ, ਠੀਕ ਹੈ। ਇਲੈਕਟ੍ਰੋਨਸ ਉਹਦੇ ਆਲੇ ਦੁਆਲੇ ਇੱਕ ਆਰਬਿਟ ਦੇ ਵਿੱਚ ਰੋਟੇਟ ਕਰ ਰਹੇ ਹੁੰਦੇ ਨੇ, ਤੇ ਨਿਊਕਲੀਅਸ ਆਮ ਤੌਰ ਤੇ ਜਿਸ 'ਚ ਪ੍ਰੋਟੋਨ ਤੇ ਨਿਊਟਰੋਨ ਹੁੰਦੇ ਆ ਮਾਸਲੈਸ ਪਾਰਟੀਕਲ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਨਿਊਕਲੀਅਸ ਆਫ ਹਾਈਡਰੋਜਨ ਐਟਮ ਇਜ਼ ਜਸਟ 1 ਪ੍ਰੋਟੋਨ, ਠੀਕ ਹੈ। ਐਂਡ ਸਟਰੋਂਗ ਨਿਊਕਲੀਅਰ ਫੋਰਸਿਸ ਬਾਈਂਡਸ ਪ੍ਰੋਟੋਨਸ ਐਂਡ ਨਿਊਟਰੋਨਸ ਇਨਸਾਈਡ ਦੀ ਨਿਊਕਲੀਅਸ। ਮਤਲਬ ਦੋ ਜਿਹੜੇ ਹੈਗੇ ਆ ਪਾਰਟੀਕਲਸ ਨੂੰ ਬਾਈਂਡ ਕਰਕੇ ਰੱਖਣ ਵਾਲੀ ਹੀ ਇਹ ਨਿਊਕਲੀਅਰ ਫੋਰਸ ਹੁੰਦੀ ਹੈ। ਸਾਰੇ ਜਿਹੜੇ ਬੇਸਿਕ ਫੋਰਸਿਸ ਪੜ੍ਹ ਰਹੇ ਹੋ ਤੁਸੀਂ ਬੇਟੇ, ਇਹਨਾਂ ਵਿੱਚੋਂ ਸਭ ਤੋਂ ਸਟਰੋਂਗ ਜਿਹੜੀ ਹੈਗੀ ਹੈ ਨਿਊਕਲੀਅਰ ਫੋਰਸ ਹੈ। ਇਹਦੀ ਰੇਂਜ ਹੁੰਦੀ ਹੈ 10⁻38 ਟਾਈਮਸ ਦੈਨ ਗ੍ਰੈਵੀਟੇਸ਼ਨਲ ਫੋਰਸ। ਐਂਡ ਇਹ ਸ਼ਾਰਟ ਰੇਂਜ ਫੋਰਸ ਹੈ, ਬਹੁਤ ਸ਼ਾਰਟ ਡਿਸਟੈਂਸ ਤੇ ਹੀ ਐਕਟ ਕਰਦੀ ਹੈ ਇਹ ਪਰ ਇਹ ਸੈਂਟਰਲ ਫੋਰਸ ਨਹੀਂ ਹੈਗੀ। ਇਟ ਡਜ਼ ਨਾਟ ਐਕਟ ਐਟ ਦੀ ਸੈਂਟਰ ਆਫ ਦੀ ਆਬਜੈਕਟ। ਐਂਡ ਨਾ ਹੀ ਇਹ ਕੰਜ਼ਰਵੇਟਿਵ ਫੋਰਸ ਹੈ, ਤੇ ਇਹ ਨਾ ਹੀ ਓਬੇ ਕਰਦੀ ਹੈ ਇਨਵਰਸ ਸਕੇਅਰ ਲਾ। ਇਹ ਨਿਊਕਲੀਅਰ ਫੋਰਸ ਚਾਹੇ ਪ੍ਰੋਟੋਨ ਤੇ ਪ੍ਰੋਟੋਨ ਦੇ ਵਿਚਕਾਰ ਹੋਏਗੀ ਤਾਂ ਵੀ ਬਰਾਬਰ ਹੋਏਗੀ, ਨਿਊਟਰੋਨ ਐਂਡ ਨਿਊਟਰੋਨ ਦੇ ਵਿਚਕਾਰ ਵੀ ਉਨੀ ਹੀ ਹੋਏਗੀ, ਐਂਡ ਪ੍ਰੋਟੋਨ ਤੇ ਨਿਊਟਰੋਨ ਦੇ ਵਿਚਕਾਰ ਵੀ ਐਨੀ ਹੋਏਗੀ। ਇਹਦੇ ਕਰਕੇ ਹੀ ਜਿਹੜਾ ਨਿਊਕਲੀਅਸ ਹੈ ਉਹ ਸਟੇਬਲ ਰਹਿੰਦਾ ਹੈ। ਐਂਡ ਨਿਊਕਲੀਅਰ ਅਟਰੈਕਸ਼ਨ ਬਿਟਵੀਨ ਥੀਸ ਪਾਰਟੀਕਲ ਇਜ਼ ਮਚ ਸਟਰੋਂਗਰ ਐਂਡ ਹੋਲਡ them together। ਸੋ ਇਹ ਆਪਾਂ ਜਿਹੜੀ ਫੋਰਸ ਪੜ੍ਹੀ ਸਭ ਤੋਂ ਸਟਰੋਂਗੈਸਟ ਹੈ। ਨੈਕਸਟ ਹੈ ਆਪਣੀ ਵੀਕ ਫੋਰਸਿਸ, ਵੀਕ ਨਿਊਕਲੀਅਰ ਫੋਰਸਿਸ, ਠੀਕ ਹੈ। ਇਟ ਇਜ਼ ਦ ਫੋਰਸ ਆਫ ਇੰਟਰੈਕਸ਼ਨ ਬਿਟਵੀਨ ਦੀ ਐਲੀਮੈਂਟਰੀ ਪਾਰਟੀਕਲਸ ਲਾਈਕ ਲੈਪਟੋਨਸ, ਮੈਸੋਨਸ, ਇਲੈਕਟ੍ਰੋਨਸ, ਐਂਟੀ ਨਿਊਟਰੋਨੋ ਐਟਸਟਰਾ। ਇਹ ਜਿਹੜੀ ਸਭ ਤੋਂ ਪਹਿਲਾਂ ਵੀਕ ਫੋਰਸਿਸ ਡਿਸਕਵਰ ਕੀਤੀ ਗਈ ਸੀ ਬੀਟਾ ਡਿਕੇ ਦੇ ਵਿੱਚ, ਰੇਡੀਓ ਐਕਟਿਵ ਦੇ ਵਿੱਚ ਜਿਹੜਾ ਬੀਟਾ ਡਿਕੇ ਹੁੰਦਾ ਹੈ ਉਹਦੇ ਵਿੱਚ ਇਹ ਰਿਵੀਲ ਕੀਤੀ ਗਈ ਸੀਗੀ, ਫਸਟਲੀ ਫਾਈਂਡ ਆਊਟ ਕੀਤੀ ਗਈ ਸੀਗੀ। ਮੀਨਸ ਬੀਟਾ ਡਿਕੇ 'ਚ ਕੀ ਹੁੰਦਾ ਹੈ, ਨਿਊਟਰੋਨ ਕਨਵਰਟ ਹੁੰਦਾ ਪ੍ਰੋਟੋਨ 'ਚ ਐਂਡ ਇਲੈਕਟ੍ਰੋਨ ਐਂਡ ਐਂਟੀ ਨਿਊਟਰੋਨੋ 'ਚ, ਠੀਕ ਹੈ। ਇਹ ਫੋਰਸ ਇੰਨੀ ਜ਼ਿਆਦਾ ਵੀਕ ਹੁੰਦੀ ਹੈ, ਠੀਕ ਹੈ, ਪਰ ਇਹ ਇੰਨੀ ਵੀਕ ਵੀ ਨਹੀਂ ਹੁੰਦੀ ਜਿੰਨੀ ਗ੍ਰੈਵੀਟੇਸ਼ਨਲ ਫੋਰਸ ਹੁੰਦੀ ਆ, ਠੀਕ ਹੈ। ਸਟਰੋਂਗ ਨਿਊਕਲੀਅਰ ਫੋਰਸ ਤੋਂ ਬਹੁਤ ਜ਼ਿਆਦਾ ਵੀਕ ਹੁੰਦੀ ਹੈ, ਪਰ ਗ੍ਰੈਵੀਟੇਸ਼ਨਲ ਫੋਰਸ ਤੋਂ ਜ਼ਿਆਦਾ ਸਟਰੋਂਗ ਹੁੰਦੀ ਹੈ। ਇਹ ਵੀ ਸ਼ਾਰਟ ਰੇਂਜ ਫੋਰਸ ਹੁੰਦੀ ਹੈ। ਇਹ ਵੀ ਸੈਂਟਰਲ ਫੋਰਸ ਨਹੀਂ ਹੈਗੀ, ਇਹ ਸੈਂਟਰ ਤੇ ਨਹੀਂ ਐਕਟ ਕਰਦੀ ਹੈਗੀ, ਐਂਡ ਇਹ ਕੰਜ਼ਰਵੇਟਿਵ ਫੋਰਸ ਨਹੀਂ ਹੈਗੀ,
ਤੇ ਇਹ ਇਨਵਰਸ ਸਕੇਅਰ ਲਾ ਓਬੇ ਨਹੀਂ ਕਰਦੀ ਹੈਗੀ। ਇਹ ਫੰਡਾਮੈਂਟਲ ਫੋਰਸ ਜਿਹੜੀ ਹੈਗੀ ਹੈ ਡਿਕੇ ਪ੍ਰੋਸੈਸ 'ਚ ਵੀ ਇਹੀ ਰਿਸਪੌਂਸੀਬਲ ਹੁੰਦੀ ਹੈ। ਮਤਲਬ ਫੰਡਾਮੈਂਟਲ ਫੋਰਸਿਸ ਇਹ ਇੱਕ ਤਾਂ ਹੈਗੀ ਆ ਬਾਈਂਡਸ ਵੀ ਕਰਕੇ ਰੱਖਦੀ ਹੈ ਐਂਡ ਡਿਕੇ ਵੀ ਕਰਦੀ ਹੈ। And range of weak nuclear forces is of the order of 10 raised to 16 times -16 times ਇਹ weak force ਜਿਹੜੀ ਹੈਗੀ ਹੈ ਐਕਟ ਕਰਦੀ ਹੈ। ਬੇਟਾ ਇਹ ਸੀਗਾ ਅੱਜ ਦਾ ਆਪਣਾ ਟੌਪਿਕ basic forces and thanks to all।